ਕੈਨੇਡਾ ਨੇ ਇੱਕ ਵਾਰੀ ਫਿਰ ਆਪਣੀ ਸਥਿਤੀ ਸਪਸ਼ਟ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਯਾਤਰਾ 'ਤੇ ਲਾਈਆਂ ਗਈਆਂ ਪਾਬੰਦੀਆਂ ਵਿੱਚ ਹਾਲੇ ਤੱਕ ਕੋਈ ਛੂਟ ਨਹੀਂ ਦਿੱਤੀ ਗਈ ਹੈ ਅਤੇ ਇਹ ਵੀ ਸਾਫ਼ ਕੀਤਾ ਗਿਆ ਕਿ ਫਿਲਹਾਲ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਕੈਨੇਡਾ ਦੀ ਯਾਤਰਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਹੈ। ਕੈਨੇਡਾ ਦਾ ਇਹ ਸਪਸ਼ਟੀਕਰਨ ਉਸ ਵੇਲੇ ਸਾਹਮਣੇ ਆਇਆ ਜਦੋਂ ਭਾਰਤੀ ਮੀਡੀਆ ਵਿੱਚ ਇਹ ਖਬਰਾਂ ਚੱਲ ਰਹੀਆਂ ਸਨ ਕਿ ਬਬਲ ਐਗਰੀਮੈਂਟ ਦੇ ਤਹਿਤ ਹੁਣ ਹਰ ਇੱਕ ਤਰ੍ਹਾਂ ਦਾ ਵੀਜ਼ਾ ਰੱਖਣ ਵਾਲਾ ਵਿਅਕਤੀ ਕੈਨੇਡਾ ਦੀ ਯਾਤਰਾ ਕਰ ਸਕਦਾ ਹੈ। ਅਸਲ 'ਚ ਭਾਰਤੀ ਮੀਡੀਆ ਵਿੱਚ ਅੱਜ ਇੱਕ ਖਬਰ ਛਪੀ ਸੀ ਜਿਸ ਦੇ ਤਹਿਤ ਭਾਰਤ ਸਰਕਾਰ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਦਾ ਅਮਰੀਕਾ, ਇੰਗਲੈਂਡ, ਕੈਨੇਡਾ ਅਤੇ UAE ਨਾਲ ਇੱਕ 에ਅਰ ਬਬਲ ਐਗਰੀਮੈਂਟ ਹੋਇਆ ਜਿਸ ਦੇ ਤਹਿਤ ਹਰ ਕੋਈ ਵੀਜ਼ਾ ਰੱਖਣ ਵਾਲਾ ਵਿਅਕਤੀ ਹੁਣ ਇਹਨਾਂ ਮੁਲਕਾਂ ਦੀ ਯਾਤਰਾ ਕਰ ਸਕਦਾ ਹੈ। ਇਸ ਖਬਰ ਵਿੱਚ ਖਾਸ ਕਰਕੇ ਟੂਰਿਸਟ, ਬਿਜ਼ਨਸ ਅਤੇ ਸਟੂਡੈਂਟ ਵੀਜ਼ਾ ਦਾ ਜ਼ਿਕਰ ਕੀਤਾ ਗਿਆ ਸੀ, ਪਰ ਇਸ ਤੋਂ ਤੁਰੰਤ ਬਾਅਦ ਭਾਰਤ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਕੈਨੇਡਾ ਵੱਲੋਂ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੋਟ ਨਹੀਂ ਦਿੱਤੀ ਗਈ ਹੈ ਅਤੇ ਕੈਨੇਡਾ ਵੱਲੋਂ ਜੋ ਯਾਤਰਾ ਤੇ ਪਾਬੰਦੀਆਂ ਲਾਈਆਂ ਗਈਆਂ ਸੀ ਉਹ ਫਿਲਹਾਲ ਜਾਰੀ ਨੇ। ਹਾਲਾਂਕਿ ਵੰਦੇ ਭਾਰਤ ਮਿਸ਼ਨ ਤਹਿਤ ਭਾਰਤ ਤੋਂ ਕੈਨੇਡਾ ਨੂੰ ਫਲਾਈਟਾਂ ਚੱਲ ਰਹੀਆਂ ਨੇ, ਜਦਕਿ 18 ਅਗਸਤ ਤੋਂ ਲੈ ਕੇ 31 ਅਗਸਤ ਤੱਕ 에ਅਰ ਕੈਨੇਡਾ ਵੱਲੋਂ ਵੀ ਭਾਰਤ ਨੂੰ ਫਲਾਈਟਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਫਲਾਈਟਾਂ ਹਫ਼ਤੇ ਵਿੱਚ 3 ਦਿਨ ਚੱਲਣਗੀਆਂ, ਪਰ ਇਸ ਦੌਰਾਨ ਇਹ ਵੀ ਖਿਆਲ ਰੱਖਿਆ ਜਾਵੇਗਾ ਕਿ ਕੈਨੇਡਾ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦਾ ਵੀ ਖਿਆਲ ਰੱਖਿਆ ਜਾਵੇ। ਕੈਨੇਡਾ ਸਰਕਾਰ ਨੇ ਹਾਲੇ ਸਿਰਫ ਆਪਣੇ ਸਿਟੀਜ਼ਨ ਅਤੇ PR ਲੋਕਾਂ ਨੂੰ ਹੀ ਕੈਨੇਡਾ ਆਉਣ ਦੀ ਆਗਿਆ ਦਿੱਤੀ ਹੈ, ਜਦਕਿ ਵਰਕ ਪਰਮਿਟ ਹੋਲਡਰ ਅਤੇ ਕੁਝ ਕੁ ਸਟੂਡੈਂਟ ਹੀ ਕੈਨੇਡਾ ਆ ਸਕਦੇ ਨੇ, ਜਦਕਿ ਆਮ ਕੰਮਾਂ ਲਈ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਕੈਨੇਡਾ ਦੀ ਯਾਤਰਾ ਕਰਨ ਦੀ ਹਾਲੇ ਛੋਟ ਨਹੀਂ ਦਿੱਤੀ ਗਈ ਹੈ। ਕੈਨੇਡਾ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਹੀ ਚੋਣਾਂ ਹੋਣ ਦੀ ਚਰਚਾ ਸ਼ੁਰੂ ਹੋ ਗਈ ਹੈ। ਬਲਾਕ ਕਿਊਬਿਕ ਪਾਰਟੀ ਦੇ ਲੀਡਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਐਲਾਨ ਕੀਤਾ ਕਿ ਜੇਕਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੇ ਵਿੱਤ ਮੰਤਰੀ ਬਿਲ ਮੋਰਿਓ ਨੇ ਅਸਤੀਫਾ ਨਾ ਦਿੱਤਾ ਤਾਂ ਉਹ ਚੋਣਾਂ ਕਰਾਉਣ ਲਈ ਸਰਕਾਰ ਤੇ ਦਬਾਅ ਪਾਉਣਗੇ। ਬਲਾਕ ਕਿਊਬਿਕ ਦੇ ਲੀਡਰ ਨੇ ਕਿਹਾ ਕਿ ਉਹ ਪਾਰਲੀਮੈਂਟ ਦੇ ਵਿੱਚ ਬੇਭਰੋਸਗੀ ਮਤਾ ਲੈ ਕੇ ਆਉਣਗੇ ਅਤੇ ਜੇਕਰ ਇਹ ਮਤਾ ਪਾਸ ਹੋ ਗਿਆ ਤਾਂ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਡਿੱਗ ਪਵੇਗੀ ਅਤੇ ਕੈਨੇਡਾ ਵਿੱਚ ਦੁਬਾਰਾ ਚੋਣਾਂ ਕਰਵਾਉਣੀਆਂ ਪੈਣਗੀਆਂ। ਬਲਾਕ ਕਿਊਬਿਕ ਲੀਡਰ ਨੇ ਜਸਟਿਨ ਟਰੂਡੋ ਦੀ ਸਰਕਾਰ ਤੇ ਦੋਸ਼ ਲਾਇਆ ਕਿ ਚੈਰਿਟੀ ਦੇ ਮਾਮਲੇ ਤੋਂ ਬਾਅਦ ਸਰਕਾਰ ਨੇ ਆਪਣਾ ਭਰੋਸਾ ਖੋਹ ਲਿਆ, ਜਦਕਿ ਇਸ ਮਹਾਮਾਰੀ ਦੇ ਦੌਰਾਨ ਵੀ ਸਰਕਾਰ ਨੇ ਟੈਕਸਪੇਅਰ ਦੇ ਪੈਸੇ ਦੀ ਦੁਰਵਰਤੋਂ ਕੀਤੀ ਹੈ। ਬਲਾਕ ਕਿਊਬਿਕ ਦੇ ਲੀਡਰ ਨੇ ਕਿਹਾ ਕਿ ਸਰਕਾਰ ਵਿੱਚ ਇਸ ਵਕਤ ਪ੍ਰਬੰਧਾਂ ਦਾ ਸੰਕਟ ਚੱਲ ਰਿਹਾ ਹੈ, ਜਿਸ ਕਾਰਨ ਮਹਾਮਾਰੀ ਨਾਲ ਚੰਗੇ ਤਰੀਕੇ ਨਾਲ ਨਜਿੱਠਿਆ ਨਹੀਂ ਜਾ ਰਿਹਾ। ਇਸ ਲਈ ਜਸਟਿਨ ਟਰੂਡੋ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਹਾਲਾਂਕਿ ਬਲਾਕ ਕਿਊਬਿਕ ਦੇ ਲੀਡਰ ਨੇ ਇਹ ਕਿਹਾ ਕਿ ਇਸ ਸੰਬੰਧੀ ਉਹਨਾਂ ਦੀ ਹਲੇ NDP ਜਾਂ ਕੰਜ਼ਰਵੇਟਿਵ ਪਾਰਟੀ ਨਾਲ ਕਿਸੇ ਤਰ੍ਹਾਂ ਦੀ ਚਰਚਾ ਨਹੀਂ ਹੋਈ ਹੈ, ਪਰ ਉਹਨਾਂ ਦਾਅਵਾ ਕੀਤਾ ਕਿ ਇਲੈਕਸ਼ਨ ਕੈਨੇਡਾ ਵੱਲੋਂ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਮਹਾਮਾਰੀ ਦੌਰਾਨ ਹੀ ਸੁਰੱਖਿਅਤ ਤਰੀਕੇ ਨਾਲ ਚੋਣਾਂ ਕਰਵਾਈਆਂ ਜਾਣ। ਜੇਕਰ ਬਲਾਕ ਕਿਊਬਿਕ ਪਾਰਟੀ ਵੱਲੋਂ ਬੇਭਰੋਸਗੀ ਦਾ ਮਤਾ ਪਾਰਲੀਮੈਂਟ ਵਿੱਚ ਲਿਆਂਦਾ ਜਾਂਦਾ ਤਾਂ ਅਜਿਹੇ ਵਿੱਚ ਜਸਟਿਨ ਟਰੂਡੋ ਦੀ ਇੱਕੋ ਇੱਕ ਉਮੀਦ ਜਗਮੀਤ ਸਿੰਘ ਤੇ ਰਹੇਗੀ, ਕਿਉਂਕਿ ਜੇਕਰ NDP ਵੱਲੋਂ ਜਸਟਿਨ ਟਰੂਡੋ ਦੀ ਸਰਕਾਰ ਦਾ ਸਮਰਥਨ ਕੀਤਾ ਗਿਆ ਤਾਂ ਜਸਟਿਨ ਟਰੂਡੋ ਦੀ ਸਰਕਾਰ ਬਚ ਜਾਵੇਗੀ। ਕੰਜ਼ਰਵੇਟਿਵ ਵੱਲੋਂ ਪਹਿਲਾਂ ਹੀ ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਕੋਈ ਅਜਿਹਾ ਮਤਾ ਪਾਰਲੀਮੈਂਟ ਵਿੱਚ ਆਇਆ ਤਾਂ ਕੰਜ਼ਰਵੇਟਿਵ ਇਸ ਦੇ ਹੱਕ ਵਿੱਚ ਵੋਟ ਪਾਵੇਗੀ। ਜੇਕਰ ਬਲਾਕ ਕਿਊਬਿਕ ਵੱਲੋਂ ਇਹ ਮਤਾ ਲਿਆਂਦਾ ਗਿਆ ਤਾਂ ਉਹ ਵੀ ਇਸ ਮਤੇ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੇਗੀ। ਅਜਿਹੇ ਵਿੱਚ ਸਿਰਫ ਜਗਮੀਤ ਸਿੰਘ ਦੀ ਲੀਡਰਸ਼ਿਪ ਵਾਲੀ NDP ਪਾਰਟੀ ਹੀ ਬਚਦੀ ਹੈ ਜੋ ਜਸਟਿਨ ਟਰੂਡੋ ਦੀ ਸਰਕਾਰ ਨੂੰ ਬਚਾ ਸਕਦੀ ਹੈ। ਜੇਕਰ ਜਗਮੀਤ ਸਿੰਘ ਦੀ NDP ਨੇ ਵੀ ਇਸ ਮਤੇ ਦੇ ਹੱਕ ਵਿੱਚ ਵੋਟ ਪਾ ਦਿੱਤੀ ਤਾਂ ਜਸਟਿਨ ਟਰੂਡੋ ਦੀ ਸਰਕਾਰ ਟੁੱਟ ਸਕਦੀ ਹੈ ਅਤੇ ਕੈਨੇਡਾ ਵਿੱਚ ਦੁਬਾਰਾ ਚੋਣਾਂ ਕਰਾਉਣ ਦੀ ਨੌਬਤ ਆ ਸਕਦੀ ਹੈ। ਬੀਤੇ ਦਿਨੀ ਇੱਕ ਏਜੰਸੀ ਵੱਲੋਂ ਕੈਨੇਡਾ ਵਿੱਚ ਸਰਵੇ ਵੀ ਕਰਵਾਇਆ ਗਿਆ ਸੀ ਜਿਸ ਵਿੱਚ ਬਹੁਤੇ ਲੋਕ ਇਹ ਸਮਝਦੇ ਨੇ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਕੋਈ ਵੀ ਚੋਣ ਨਹੀਂ ਹੋਣੀ ਚਾਹੀਦੀ। ਫਿਲਹਾਲ ਇਸ ਸੰਬੰਧੀ ਕੈਨੇਡਾ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ ਅਤੇ ਜੇਕਰ ਬਲਾਕ ਕਿਊਬਿਕ ਪਾਰਟੀ ਵੱਲੋਂ ਕੋਈ ਅਜਿਹਾ ਮਤਾ ਸਰਕਾਰ ਦੇ ਖਿਲਾਫ ਪਾਰਲੀਮੈਂਟ 'ਚ ਲਿਆਂਦਾ ਜਾਂਦਾ ਤਾਂ ਇਹ ਸਿਆਸਤ 'ਚ ਹੋਰ ਉਥਲ-ਪੁਥਲ ਮਚ ਜਾਵੇਗੀ। ਬੀਤੇ ਸਾਲ ਕੈਨੇਡੀਅਨ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਅਗਵਾਈ ਕਰਨ ਵਾਲੇ ਵਿਰੋਧੀ ਧਿਰ ਦੇ ਆਗੂ ਐਂਡਰੂ ਸ਼ੀਰ ਅੱਜ ਆਖਰੀ ਵਾਰ ਹਾਊਸ ਆਫ ਕਾਮਨਸ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਹਾਜ਼ਰ ਹੋਏ। ਐਂਡਰੂ ਸ਼ੀਰ ਆਪਣਾ ਅਹੁਦਾ ਛੱਡਣ ਦਾ ਐਲਾਨ ਕਰ ਚੁੱਕੇ ਨੇ ਅਤੇ ਜਦੋਂ ਅਗਲੀ ਵਾਰ ਹਾਊਸ ਆਫ ਕਾਮਨਸ ਦੀ ਸਿਟਿੰਗ ਹੋਵੇਗੀ ਤਾਂ ਉਸ ਵਿੱਚ ਕੰਜ਼ਰਵੇਟਿਵ ਪਾਰਟੀ ਆਪਣਾ ਨਵਾਂ ਲੀਡਰ ਤਲਾਸ਼ ਚੁੱਕੀ ਹੋਵੇਗੀ। ਕੰਜ਼ਰਵੇਟਿਵ ਪਾਰਟੀ ਵੱਲੋਂ ਨਵੇਂ ਲੀਡਰ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਇਸ ਲਈ ਚਿੱਠੀਆਂ ਰਾਹੀਂ VOTING ਹੋ ਰਹੀ ਹੈ। 21 ਅਗਸਤ ਤੱਕ ਇਹ VOTING ਪੂਰੀ ਹੋ ਜਾਵੇਗੀ ਅਤੇ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ 26 ਅਗਸਤ ਤੋਂ ਪਹਿਲਾਂ ਪਾਰਟੀ ਆਪਣੇ ਨਵੇਂ ਲੀਡਰ ਦਾ ਐਲਾਨ ਕਰ ਦੇਵੇਗੀ। ਇਸ ਦੌਰਾਨ ਐਂਡਰੂ ਸ਼ੀਰ ਅੱਜ ਆਖਰੀ ਵਾਰ ਵਿਰੋਧੀ ਧਿਰ ਦੇ ਆਗੂ ਵਜੋਂ ਹਾਊਸ ਆਫ ਕਾਮਨਸ ਵਿੱਚ ਪੇਸ਼ ਹੋਏ ਅਤੇ ਉਹਨਾਂ ਨੇ ਟਰੂਡੋ ਸਰਕਾਰ ਉੱਤੇ ਆਪਣੀ ਸੁਰ ਕਾਫੀ ਗਰਮ ਰੱਖੀ।
इस दौरान एंड्रू शीर ने अज जस्टिन ट्रूडो ਅਤੇ ਵਿੱਤ ਮੰਤਰੀ ਬਿਲ ਮੋਰਨੇ ਦੇ ਅਸਤੀਫੇ ਦੀ ਇੱਕ ਵਾਰੀ ਫਿਰ ਮੰਗ ਕੀਤੀ। एंड्रू शीर ने अज हाउस ऑफ कॉमन्स विचों जस्टिन ट्रूडो की गैर हाज़री ते सवाल चुके ਅਤੇ कहा कि जस्टिन ट्रूडो उन्हां दे सवालों के जवाब देण तो डरदे ने। एंड्रू शीर 2004 ਵਿੱਚ ਪਹਿਲੀ ਵਾਰ ਰਜ਼ਾਈਨਾ ਤੋਂ MP बने सन। इस तो बाद वो 2011 ਤੋਂ 2015 तक हाउस ऑफ कॉमन्स ਦੇ स्पीकर भी रहे। 2015 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਚੋਣਾਂ ਲੜੀਆਂ ਅਤੇ ਇਸ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਸਟੀਫਨ ਹਾਰਪਰ ਆਪਣੇ ਅਹੁਦੇ ਤੋਂ ਲਾਂਭੇ ਹੋ ਗਏ। ਇਸ ਤੋਂ ਬਾਅਦ ਐਂਡਰੂ ਸ਼ੀਰ ਹੱਥ ਪਾਰਟੀ ਦੀ ਕਮਾਨ ਆਈ ਅਤੇ ਉਹ ਵਿਰੋਧੀ ਧਿਰ ਦੇ ਆਗੂ ਬਣੇ। 2017 ਦੇ ਵਿੱਚ ਐਂਡਰੂ ਸ਼ੀਰ ਦੇ ਹੱਥ ਪਾਰਟੀ ਦੀ ਕਮਾਨ ਆਈ ਸੀ, ਜਿਸ ਤੋਂ ਬਾਅਦ ਉਹਨਾਂ ਨੇ 2019 ਦੀਆਂ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ। ਪਰ 2019 ਦੀਆਂ ਚੋਣਾਂ ਆਉਂਦਿਆਂ ਉਹਨਾਂ ਨਾਲ ਕਈ ਵਿਵਾਦ ਜੁੜ ਗਏ। 2019 ਦੀਆਂ ਚੋਣਾਂ ਵਿੱਚ ਲਿਬਰਲਸ ਪਾਰਟੀ ਕਈ ਸਕੈਂਡਲਾਂ ਵਿੱਚ ਘਿਰ ਚੁੱਕੀ ਸੀ, ਪਰ ਇਸ ਦੇ ਬਾਵਜੂਦ ਵੀ ਉਹ ਘੱਟ ਗਿਣਤੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ, ਜਿਸ ਨੂੰ ਐਂਡਰੂ ਸ਼ੀਰ ਦੀ ਅਸਫਲਤਾ ਵਜੋਂ ਦੇਖਿਆ ਗਿਆ। ਇਹਨਾਂ ਚੋਣਾਂ ਤੋਂ ਬਾਅਦ ਵੀ ਐਂਡਰੂ ਸ਼ੀਰ ਪਾਰਟੀ ਦੇ ਲੀਡਰ ਬਣੇ ਰਹੇ, ਪਰ ਚੋਣਾਂ ਤੋਂ ਕੁਝ ਮਹੀਨੇ ਬਾਅਦ ਪਾਰਟੀ ਫੰਡ ਵਿੱਚੋਂ ਆਪਣੇ ਬੱਚਿਆਂ ਦੀਆਂ ਫੀਸਾਂ ਭਰਨ ਦਾ ਦੋਸ਼ ਐਂਡਰੂ ਸ਼ੀਰ ਉੱਤੇ ਲੱਗ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ। ਕੰਜ਼ਰਵੇਟਿਵ ਪਾਰਟੀ ਵੱਲੋਂ ਅਗਲਾ ਲੀਡਰ ਤਲਾਸ਼ਣ ਤੱਕ ਉਹ ਪਾਰਟੀ ਦੇ ਲੀਡਰ ਬਣੇ ਹੋਏ ਸਨ ਅਤੇ ਹੁਣ 26 ਅਗਸਤ ਤੋਂ ਪਹਿਲਾਂ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਕੰਜ਼ਰਵੇਟਿਵ ਪਾਰਟੀ ਆਪਣਾ ਲੀਡਰ ਚੁਣ ਲਵੇਗੀ, ਜਿਸ ਤੋਂ ਬਾਅਦ ਐਂਡਰੂ ਸ਼ੀਰ ਨੂੰ ਇਹ ਅਹੁਦਾ ਛੱਡਣਾ ਪਵੇਗਾ। ਓਨਟਾਰੀਓ 'ਚ ਪੈਂਦੇ ਸ਼ਹਿਰ ਰੈੱਡ ਲੇਕ ਦੇ ਨੇੜੇ ਅੱਗ ਲੱਗਣ ਕਾਰਨ ਉੱਥੇ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਰੈੱਡ ਲੇਕ ਦੇ ਨੇੜਲੇ ਜੰਗਲਾਂ ਵਿੱਚ ਅੱਗ ਲੱਗੀ ਹੋਈ ਹੈ, ਜਿਸ ਕਾਰਨ ਇਹਨਾਂ ਲੋਕਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਮੰਗਲਵਾਰ ਨੂੰ ਇਹ ਅੱਗ 550 ਹੈਕਟੇਅਰ ਵਿੱਚ ਫੈਲ ਚੁੱਕੀ ਸੀ ਤੇ ਅੱਜ ਸਵੇਰ ਤੱਕ ਇਹ ਅੱਗ 750 ਹੈਕਟੇਅਰ ਵਿੱਚ ਫੈਲ ਚੁੱਕੀ ਹੈ। ਪ੍ਰਸ਼ਾਸਨ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੌਲੀ-ਹੌਲੀ ਇਹ ਅੱਗ ਰੈੱਡ ਲੇਕ ਦੇ ਨੇੜੇ ਪਹੁੰਚ ਰਹੀ ਹੈ, ਜਿਸ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਦੇਖਦੇ ਹੋਏ ਉਹਨਾਂ ਨੂੰ ਇਹ ਇਲਾਕਾ ਖਾਲੀ ਕਰਨ ਲਈ ਆਖਿਆ ਗਿਆ ਹੈ। ਸ਼ਹਿਰ ਦੀ ਮੇਅਰ ਨੇ ਵੀ ਫੇਸਬੁੱਕ ਉੱਤੇ ਪੋਸਟ ਪਾ ਕੇ ਇਸ ਸੰਬੰਧੀ ਚਿੰਤਾ ਪ੍ਰਗਟ ਕੀਤੀ ਅਤੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਇਹ ਇਲਾਕਾ ਖਾਲੀ ਕਰ ਦੇਣ। ਉਹਨਾਂ ਨੇ ਖਾਸ ਕਰਕੇ ਓਲਸਨ, ਮੈਡੀਸਨ ਅਤੇ ਬਫਲੋ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਹਾ ਕਿ ਉੱਥੇ ਅੱਗ ਜਲਦੀ ਪਹੁੰਚ ਸਕਦੀ ਹੈ, ਜਿਸ ਕਾਰਨ ਉਹਨਾਂ ਨੂੰ ਖਾਸ ਤੌਰ 'ਤੇ ਇਲਾਕਾ ਛੱਡਣ ਦੀ ਅਪੀਲ ਕੀਤੀ ਗਈ ਹੈ। ਮੇਅਰ ਨੇ ਹਵਾਵਾਂ ਦੇ ਬਦਲਦੇ ਰੁੱਖ 'ਤੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਉਹਨਾਂ ਕਿਹਾ ਕਿ ਇਸ ਨਾਲ ਅੱਗ ਹੋਰ ਇਲਾਕਿਆਂ ਵਿੱਚ ਵੀ ਫੈਲ ਸਕਦੀ ਹੈ। ਇਹ ਅੱਗ ਇਸ ਸ਼ਹਿਰ ਤੋਂ 3 ਕਿਲੋਮੀਟਰ ਦੱਖਣ ਵੱਲ ਨੂੰ ਲੱਗੀ ਹੋਈ ਹੈ, ਜੋ ਕਿ ਹਾਈਵੇ ਤੋਂ ਵੀ 3 ਕਿਲੋਮੀਟਰ ਪੱਛਮ ਵੱਲ ਨੂੰ ਜਾ ਰਹੀ ਹੈ। ਹਾਲਾਂਕਿ ਅੱਗ ਬੁਝਾਉਣ ਲਈ ਭਾਰੀ ਸਾਜ਼ੋ ਸਮਾਨ ਵਰਤਿਆ ਜਾ ਰਿਹਾ ਅਤੇ ਹਵਾਈ ਸਾਧਨਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਜੰਗਲਾਤ ਮੰਤਰਾਲੇ ਵੱਲੋਂ ਅਤੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਵਾ ਦੇ ਚੱਲਦਿਆਂ ਅੱਗ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਜ਼ਿਕਰਯੋਗ ਹੈ ਕਿ ਅੰਟਾਰੀਓ ਦੇ ਕੁਝ ਇਲਾਕਿਆਂ 'ਚ ਬੀਤੇ ਦਿਨੀ ਹੀਟ ਵਾਰਨਿੰਗ ਵੀ ਜਾਰੀ ਕੀਤੀ ਗਈ ਸੀ ਅਤੇ ਗਰਮੀ ਦਾ ਵਧਣਾ ਵੀ ਅੱਗ ਲੱਗਣ ਦੇ ਕਾਰਨਾਂ ਵਿੱਚ ਗਿਣਿਆ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।